ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਜਿਉ ਕਪ ਕੇ ਕਰ ਮੁਸਟ ਚਰਨ ਕੀ ਲੁਬਧ ਨ ਤਿਆਗ ਦਇਓ। ਧੰਨ ਧੰਨ ਭਗਤ ਕਬੀਰ ਸਾਹਿਬ ਜੀ ਇਸ ਪਾਵਨ ਸ਼ਬਦ ਵਿੱਚ ਮਨੁੱਖਾ ਜਨਮ ਦੇ ਬਾਰੇ ਕਹਿੰਦੇ ਹਨ ਕਿ ਹੇ ਜੀਵ, ਤੂੰ ਪਰਮੇਸ਼ਰ ਦੀ ਭਗਤੀ ਕਰੀ ਤੋਂ ਬਗੈਰ ਆਪਣਾ ਅਮੋਲਕ ਜਨਮ ਵਿਅਰਥ ਹੀ ਗਵਾਈ ਜਾ ਰਿਹਾ ਹੈ। ਅਨੇਕਾਂ ਤਰ੍ਹਾਂ ਦੇ ਦ੍ਰਿਸ਼ਟਾਂਤ ਦੇ ਕਰਕੇ ਸਮਝਾਉਂਦੇ ਹਨ। ਜਿਉ ਕਪ ਕੇ ਕਰ ਮੁਸਟ ਚਨਨ ਕੀ ਲੁਬਧ ਨਾ ਤਿਆਗ ਦਇਓ। ਹੇ ਭਾਈ, ਜਿਵੇਂ ਕੱਪ ਬਾਂਦਰ ਦੇ ਕਰ ਹੱਥ ਵਿੱਚ ਚਨਨ ਕਹੀਏ ਛੋਲਿਆਂ ਦੀ ਮੁੱਠੀ ਭਰੀ ਹੁੰਦੀ ਹੈ, ਉਹ ਲੁਬਧ ਲੋਭੀ ਲਾਲਚੀ ਹੋ ਕਰਕੇ ਉਸਨੂੰ ਤਿਆਗ ਛੱਡ ਨਹੀਂ ਦਿੰਦਾ ਅਤੇ ਅਖੀਰ ਫੜਿਆ ਜਾਂਦਾ ਹੈ। ਸੋ ਬਾਂਦਰ ਨੂੰ ਫੜਨ ਵਾਲੇ ਜੰਗਲ ਵਿੱਚ ਜਾ ਕੇ ਇੱਕ ਝੱਜਰ, ਜਿਸ ਦਾ ਮੂੰਹ ਛੋਟਾ ਹੁੰਦਾ ਹੈ, ਕਹਿ ਲਓ ਗੜਵੀ ਦੀ ਨਿਆਈ, ਲੋਟੇ ਦੀ ਨਿਆਈ, ਚਾਹੇ ਗਾਗਰ ਦੀ ਨਿਆਈ, ਉਸ ਨੂੰ ਜ਼ਮੀਨ ਵਿੱਚ ਗੱਡ ਦਿੰਦੇ ਹਨ। ਵਿੱਚ ਕੁਝ ਛੋਲੇ ਪਾ ਦਿੰਦੇ ਹਨ ਅਤੇ ਕੁਝ ਬਾਹਰ ਖਿਲਾਰ ਦਿੰਦੇ ਆ। ਜਦੋਂ ਬਾਹਰ ਆ ਕਰਕੇ ਉਹ ਛੋਲੇ ਖਾਂਦੇ ਹਨ, ਉਹਨਾਂ ਵਿੱਚੋਂ ਇੱਕ ਵੱਡਾ ਬਾਂਦਰ ਜੋ ਘੂਰ ਘੂਰ ਕੇ ਦੂਸਰਿਆਂ ਨੂੰ ਪਰੇ ਕਰ ਦਿੰਦਾ ਹੈ ਅਤੇ ਆਪ ਛੋਲੇ ਖਾਣ ਲੱਗ ਪੈਂਦਾ। ਜਿਸ ਵੇਲੇ ਉਹ ਝੱਜਰ ਵਿੱਚ ਹੱਥ ਪਾਉਂਦਾ ਹੈ ਤਾਂ ਸਿੱਧਾ ਤਾਂ ਹੱਥ ਪੈ ਜਾਂਦਾ ਹੈ, ਪਰੰਤੂ ਛੋਲਿਆਂ ਦੀ ਮੁੱਠੀ ਜਦੋਂ ਭਰਦਾ ਹੈ ਉਸ ਵੇਲੇ ਉਹ ਹੱਥ ਬਾਹਰ ਨਹੀਂ ਨਿਕਲਦਾ ਅਤੇ ਆਪਣੇ ਆਪ ਵਿੱਚ ਸੋਚਦਾ ਹੈ ਕਿ ਕਿਸੇ ਨੇ ਮੇਰਾ ਹੱਥ ਫੜ ਲਿਆ ਹੈ। ਇੰਨੇ ਚਿਰ ਨੂੰ ਕਲੰਦਰ ਆਣ ਕੇ ਉਸ ਨੂੰ ਫੜ ਕੇ ਲੈ ਜਾਂਦੇ ਹਨ। ਇਸੇ ਪ੍ਰਕਾਰ ਬਾਂਦਰ ਦੀ ਨਿਆਈ ਇਹ ਜੀਵ ਨੇ ਆਪਣੇ ਮਨ ਰੂਪੀ ਹੱਥ ਨਾਲ ਬੁੱਧੀ ਰੂਪੀ ਮੁੱਠੀ ਵਿੱਚ ਵਿਸ਼ੇ ਰੂਪੀ ਚਣੇ ਭਰੇ ਹਨ ਅਤੇ ਅਜਿਹਾ ਲਾਲਚੀ ਹੋ ਗਿਆ ਹੈ, ਉਹਨਾਂ ਵਿਸ਼ਿਆਂ ਨੂੰ ਛੱਡਦਾ ਤੱਕ ਵੀ ਨਹੀਂ ਹੈ। ਜੋ ਜੋ ਕਰਮ ਕੀਏ ਲਾਲਚ ਸਿਓ, ਤੇ ਫਿਰ ਗਰਹਿ ਪਰਿਓ। ਹੇ ਜੀਵ, ਇਸੇ ਪ੍ਰਕਾਰ ਜਿਹੜੇ ਜਿਹੜੇ ਤੂੰ ਲੋਭ ਦੇ ਨਾਲ, ਲਾਲਚ ਦੇ ਨਾਲ ਕਰਮ ਕੀਤੇ ਆ, ਉਹ ਸਾਰੇ ਹੀ ਫਿਰ ਗ੍ਰਹਿ ਕੀਏ ਗਲ ਵਿੱਚ ਫਾਹਾ ਰੂਪ ਹੋ ਕੇ ਪੈ ਗਏ ਹਨ। ਭਗਤ ਬਿਨ ਬਿਰਥੇ ਜਨਮ ਗਇਓ। ਇਉਂ ਪਰਮੇਸ਼ਰ ਦੀ ਭਗਤੀ ਕੀਤੇ ਤੋਂ ਬਗੈਰ ਇਹ ਅਮੋਲਕ ਮਨੁੱਖਾ ਜਨਮ ਵਿਅਰਥ ਹੀ ਚਲਾ ਗਿਆ। ਸਾਧ ਸੰਗ ਭਗਵਾਨ ਭਜਨ ਬਿਨ, ਕਹੀ ਨ ਸੱਚ ਰਹਿਓ ਰਹਾਉ। ਸਾਧ ਸੰਗਤ, ਸਾਧੂ ਜਨਾਂ ਦੀ ਸਤਸੰਗਤ ਅਤੇ ਪਰਮੇਸ਼ਰ ਦੇ ਭਜਨ ਸਿਮਰਨ ਕਰੇ ਤੋਂ ਬਗੈਰ ਕਿਤੇ ਵੀ ਸੱਚੇ ਦੀ ਪ੍ਰਾਪਤੀ ਨਹੀਂ ਰਹੀ। ਸਾਰੇ ਕੂੜ ਵਿੱਚ ਪਰਚੇ ਪਏ ਹਨ, ਕਿਤੇ ਵੀ ਸੁੱਖ ਨਹੀਂ ਰਿਹਾ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਜਿਉ ਉਦਿਆਨ ਕੁਸਮ ਪ੍ਰਫੁੱਲਤ, ਕਿਨਹਿ ਨ ਘਰਾਉ ਲਇਓ। ਜਿਵੇਂ ਉਜਾੜ ਵਿੱਚ ਕੁਸਮ ਫੁੱਲ ਖਿੜੇ ਹੋਏ ਹੁੰਦੇ ਹਨ, ਪਰੰਤੂ ਉੱਥੇ ਜਾ ਕੇ ਕਿਸੇ ਨੇ ਵੀ ਉਹਨਾਂ ਦੀ ਘਰਾਉ ਹੁੰਦਾ ਨਾਸਾਂ ਦੁਆਰਾ ਸੁਗੰਧੀ ਨਹੀਂ ਲੈਣਾ ਕੀਤੀ। ਇਸੇ ਪ੍ਰਕਾਰ ਸੰਸਾਰ ਰੂਪੀ ਉਜਾੜ ਵਿੱਚ ਖਿੜੇ ਹੋਏ ਫੁੱਲ ਦੀ ਨਿਆਈ ਯੁਵਾ ਅਵਸਥਾ ਖਿੜੀ ਹੋਈ ਹੈ, ਪਰੰਤੂ ਇਸ ਜਵਾਨੀ ਵਾਲੀ ਅਵਸਥਾ ਵਿੱਚ ਕਿਸੇ ਨੇ ਵੀ ਪਰਮੇਸ਼ਰ ਦੀ ਭਗਤੀ ਰੂਪੀ ਫੁੱਲਾਂ ਦੀ ਸੁਗੰਧੀ ਨਹੀਂ ਲੈਣਾ ਕੀਤੀ। ਜਵਾਨੀ ਐਵੇਂ ਵਿਸ਼ਿਆਂ ਵਿਕਾਰਾਂ ਵਿੱਚ ਗੁਆ ਦਿੱਤੀ। ਤੈਸੇ ਭ੍ਰਮਤ ਅਨੇਕ ਜੋਨ ਮਹਿ, ਫਿਰ ਫਿਰ ਕਾਲ ਹਇਓ। ਤੈਸੇ ਕਹੀਏ ਤਿਵੇਂ ਹੀ ਇਹ ਜੀਵ ਨੂੰ ਭਜਨ ਬੰਦਗੀ ਤੋਂ ਬਿਨਾਂ ਬੇਅੰਤ ਜੂਨਾਂ ਵਿੱਚ ਭਰਮਦੇ ਹੋਏ ਨੂੰ ਮੁੜ ਮੁੜ ਕਾਲ ਹਇਓ ਕਹੀਏ ਨਾਸ ਕਰਦਾ ਹੈ, ਖਤਮ ਕਰਦਾ ਹੈ। ਯਾ ਧਨ ਜੋਬਨ ਅਰ ਸੁਤ ਨਾਰ, ਯਾ ਧਨ ਜੋਬਨ ਅਰ ਸੁਤ ਦਾਰਾ, ਪੇਖਨ ਕਉ ਜੋ ਦਇਓ। ਯਾ ਕਹੀਏ ਇਹ ਧਨ ਰੋਕੜੀ, ਜੋਬਨ ਜਵਾਨੀ, ਅਰ ਅਤੇ ਸੁਤ ਪੁੱਤਰ ਤੇ ਦਾਰਾ ਇਸਤਰੀ ਇਤਿਆਦਿਕ ਜੋ ਕੁਝ ਹਨ, ਇਹ ਪਰਮੇਸ਼ਰ ਨੇ ਪੇਖਣ ਕਹੀਏ ਵੇਖਣ ਵਾਸਤੇ, ਪਰਖਣ ਨੂੰ ਦਇਓ ਦਿੱਤਾ ਹੈ ਕਿ ਦੇਖਾਂ ਭਲਾ ਇਹ ਜੀਵ ਮੇਰੇ ਵਿੱਚ ਪ੍ਰੇਮ ਕਰਦਾ ਹੈ ਜਾਂ ਦਿੱਤੀਆਂ ਹੋਈਆਂ ਦਾਤਾਂ ਵਿੱਚ ਹੀ ਫਸ ਜਾਂਦਾ। ਤਿਨ ਹੀ ਮਾਹੇ ਅਟਕ ਜੋ ਉਰਜੇ, ਇੰਦਰੀ ਪ੍ਰੇਰ ਲਇਓ।
ਪਰੰਤੂ ਜੀਵ ਉਹਨਾਂ ਸੰਬੰਧੀਆਂ ਦੇ ਮੋਹ ਵਿੱਚ ਹੀ ਅਟਕ ਕਈਏ ਰੁਕ ਕਰਕੇ ਉਰਜੇ ਫਸੇ ਰਹਿੰਦੇ ਆ। ਇਉਂ ਉਹਨਾਂ ਨੂੰ ਇੰਦਰੀ ਦਸਾਂ ਇੰਦਰੀਆਂ ਨੇ ਆਪਣੇ ਵੱਲ ਪ੍ਰੇਰ ਕਈਏ ਚਲਾ ਧਕੇਲ ਲਿਆ ਹੈ। ਔਦ ਅਨਲ ਤਨ ਤਿਨ ਕੋ ਮੰਦਰ, ਚਹੋ ਦਿਸ ਠਾਠ ਠਾਇਓ। ਇਹ ਸਰੀਰ ਹੱਡ ਨਾੜੀਆਂ ਆਦਿਕ ਘਾਹ ਫੂਸ ਦਾ ਮੰਦਰ ਬਣਿਆ ਹੋਇਆ, ਜੋ ਔਦ ਉਮਰ ਗੁਜ਼ਰਦੀ ਜਾਂਦੀ ਹੈ। ਇਹ ਅਨਲ ਅੱਗ ਬਲ ਰਹੀ ਆ। ਇਹ ਸਰੀਰ ਰੂਪੀ ਘਾਹ ਫੂਸ ਦੇ ਮੰਦਰ ਦੇ ਚੌਹ ਦਿਸ ਕਹੀਏ ਚਾਰੇ ਪਾਸੇ ਕਾਮਾਂ ਦੇ ਕਵਕਾਰਾਂ ਕਾਲ ਦੀ ਅਗਨ ਦਾ ਠਾਠ ਕਹੀਏ ਬਨਾਵਟ ਠਹਿਓ ਬਣਿਆ ਹੋਇਆ, ਭਾਵ ਪ੍ਰਬੰਧ ਬਣਿਆ ਹੋਇਆ। ਕਹਿ ਕਬੀਰ ਪੈ ਸਾਗਰ ਤਰਨ ਕਉ, ਮੈਂ ਸਤਿਗੁਰ ਓਟ ਲਿਓ। ਭਗਤ ਕਬੀਰ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਅਜਿਹੇ ਭੈ ਡਰ ਦਾਇਕ ਵਾਲੇ ਸੰਸਾਰ ਸਮੁੰਦਰ ਤੋਂ ਤਰਨ ਨੂੰ ਮੈਂ ਕਹੀਏ ਅਸੀਂ ਸਤਿਗੁਰੂ ਗੁਰੂ ਸਾਹਿਬ ਜੀ ਦੀ ਓਟ ਟੇਕ ਲਿਓ ਲੈਣਾ ਕੀਤੀ ਹੈ। ਗੌੜੀ ਸੋ ਅੱਗੇ ਜੋ 60 ਨੰਬਰ ਸ਼ਬਦ ਪ੍ਰਾਰੰਭ ਹੋ ਰਿਹਾ, ਭਗਤ ਕਬੀਰ ਸਾਹਿਬ ਜੀ ਪਾਸ ਇੱਕ ਹੰਕਾਰੀ ਪੁਰਸ਼ ਆਇਆ ਸੀ। ਉਸ ਨੂੰ ਉਪਦੇਸ਼ ਦਿੰਦੇ ਹੋਏ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਹੇ ਭਾਈ, ਪਾਣੀ ਪਿਤਾ ਦੀ ਅੰਸ਼ ਧਾਤੂ ਮੈਲਾ ਅਪਵਿੱਤਰ ਹੈ ਤੇ ਮਾਂ ਦੀ ਰਕਤ ਰੂਪੀ ਮਾਟੀ ਮਿੱਟੀ ਗੋਰੀ ਹੁੰਦਾ ਸੁਰਖ ਹੈ। ਇਸ ਪ੍ਰਕਾਰ ਪਾਣੀ ਅਤੇ ਮਾਟੀ ਮਿੱਟੀ ਦੀ ਭਾਵ ਰਕਤ ਬਿੰਦ ਦੀ ਇਹ ਦੇਹ ਰੂਪੀ ਪੁੱਤਰੀ ਕਹੀਏ ਪੁਤਲੀ ਜੋੜੀ ਭਾਵ ਬਣਾਈ ਹੋਈ ਹੈ। ਪਾਣੀ ਜਲ ਤੇ ਮੈਲਾ ਕਰਨ ਵਾਲੀ ਅੱਗ, ਰੰਗ ਨੂੰ ਗੋਰਾ ਕਰਨ ਵਾਲੀ ਮਿੱਟੀ, ਹਰਾ ਭਰਾ ਕਰਨ ਵਾਲੀ ਹਵਾ ਤੇ ਉੱਪਰੋਂ ਆਕਾਸ਼ ਲੈ ਲੈਣਾ, ਇਉਂ ਇਹਨਾਂ ਪੰਜਾਂ ਤੱਤਾਂ ਰੂਪੀ ਮਿੱਟੀ ਦੀ ਇਹ ਦੇਹ ਰੂਪੀ ਪੁਤਲੀ ਜੋੜੀ ਹੋਈ ਹੈ। ਇਸ ਦੇ ਵਿੱਚ ਹੰਕਾਰ ਕਾਹਦਾ ਹੈ? ਮੈਂ ਤਨ ਮੈਂ ਨਾਹੀ ਕਛ ਆਹੇ ਨ ਮੋਰਾ, ਤਨ ਧਨ ਸਭ ਰਸ ਗੋਬਿੰਦ ਤੋਰਾ ਰਹਾਉ। ਭਗਤ ਕਬੀਰ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਹੇ ਭਾਈ, ਮੈਂ ਆਪਣੇ ਆਪ ਨੂੰ ਕੁਝ ਨਹੀਂ ਮੰਨਦਾ ਤੇ ਨਾ ਹੀ ਕੁਝ ਪਦਾਰਥ ਮੇਰਾ ਆਹੇ ਹੈ। ਮੈਂ ਤਾਂ ਇਹ ਜਾਣਦਾ ਹਾਂ ਕਿ ਮੇਰਾ ਤਨ ਸਰੀਰ ਦੌਲਤ 36 ਪ੍ਰਕਾਰ ਦੇ ਰਸ ਆਦਿਕ ਸਾਰਾ ਕੁਝ ਹੀ ਗੋਬਿੰਦ ਪਰਮੇਸ਼ਰ ਜੀ ਤੁਹਾਰਾ ਤੋਰਾ ਕਹੀਏ ਤੁਹਾਡਾ ਹੈ, ਬਖਸ਼ਿਆ ਹੋਇਆ ਹੈ। ਇਹ ਗੋਬਿੰਦ ਪਰਮੇਸ਼ਰ ਜੀ, ਮੇਰਾ ਤਨ ਵੀ ਤੇ ਧਨ ਵੀ ਸਭ ਕੁਝ ਹੀ ਤੋਰਾ ਕਹੀਏ ਤੁਹਾਡਾ ਰਸ ਪ੍ਰੇਮ ਹੀ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ। ਇਸ ਮਾਟੀ ਮਹਿ ਪਵਨ ਸਮਾਇਆ, ਝੂਠਾ ਪਰਪੰਚ ਜੋਰ ਚਲਾਇਆ। ਹੇ ਭਾਈ, ਇਸ ਮਿੱਟੀ ਦੀ ਬਣੀ ਹੋਈ ਦੇਹੀ ਵਿੱਚ ਪੌਣ ਸਵਾਸ ਮਿਲੇ ਹੋਏ ਆ। ਇਸ ਹਵਾ ਕਰਕੇ ਆਫਰਿਆ ਫਿਰਦਾ ਹੈ। ਐਵੇਂ ਝੂਠਾ ਕੂੜ ਹੀ ਹਰ ਕਿਸੇ ਨਾਲ ਛਲ ਕਰਦਾ ਹੈ, ਪਰ ਵਿਸ਼ੇਸ਼ ਕਰਕੇ ਠੱਗੀ ਮਾਰਦਾ ਰਹਿੰਦਾ ਹੈ। ਜੋਰ ਕਹੀਏ ਬਲ ਕਰਕੇ ਹੰਕਾਰ ਸਹਿਤ ਚੱਲਦਾ ਫਿਰਦਾ ਹੈ। ਜੋ ਝੂਠਾ ਪ੍ਰਪੰਚ ਛਲ ਰੂਪ ਜਗਤ ਹੈ, ਇਸ ਵਿੱਚ ਤੂੰ ਆਪਣਾ ਜੋਰ ਬਲ ਚਲਾਉਣਾ ਕੀਤਾ ਹੈ, ਭਾਵ ਹੰਕਾਰ ਦੇ ਸਹਿਤ ਰਹਿੰਦਾ ਹੈ। ਕਿਨਹੂ ਲਾਖ ਪਾਂਚ ਕੀ ਜੋਰੀ, ਅੰਤ ਕੀ ਬਾਰ ਗਗਰੀਆ ਫੋਰੀ। ਕਿਨਹੂ ਕਹੀਏ ਕਈਆਂ ਨੇ ਤਾਂ ਲੱਖ ਰੁਪਏ ਜੋੜ ਲਏ, ਕਈਆਂ ਨੇ 5 ਲੱਖ ਦੀ ਰਕਮ ਜੋੜ ਲਈ, ਤਦ ਵੀ ਅਖੀਰ ਅੰਤ ਬਾਰੀ ਨੂੰ ਤਾਂ 2 ਟਕਿਆਂ ਦੀ ਹੀ ਗਗਰੀਆ ਮਿੱਟੀ ਦੀ ਗਾਗਰ ਭੰਨੀ ਜਾਣੀ ਹੈ। ਅੰਤ ਦੀ ਵਾਰੀ ਇਹ ਦੇਹ ਰੂਪੀ ਗਗਰੀ ਭੰਨੀ ਜਾਣੀ ਹੈ। ਕਹਿ ਕਬੀਰ ਇੱਕ ਨੀਵ ਉਸਾਰੀ, ਕਹਿ ਕਬੀਰ ਇੱਕ ਨੀਵ ਉਸਾਰੀ, ਖਿਨ ਮਹਿ ਬਿਨਸ ਜਾਏ ਅਹੰਕਾਰੀ। ਭਗਤ ਕਬੀਰ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਇਹ ਇੱਕ ਸਰੀਰ ਰੂਪੀ ਨੀਂਹ ਮਾਤਾ ਦੇ ਗਰਭ ਵਿੱਚ ਰਕਤ ਬਿੰਦ ਕਰਕੇ ਬਣਾਈ ਗਈ ਹੈ। ਫਿਰ ਇਸ ਵਿੱਚ ਹੰਕਾਰ ਕੀ ਕਰਦਾ ਹੈ? ਇਹ ਹੰਕਾਰੀ ਹੰਕਾਰ ਕਰਨ ਵਾਲੇ ਜੀਵ, ਇਹ ਤਾਂ ਖਿਨ ਥੋੜ੍ਹੇ ਸਮੇਂ ਵਿੱਚ ਹੀ ਨਾਸ ਹੋ ਜਾਣ ਵਾਲੀ ਹੈ। ਗੌੜੀ ਸੋ ਅਗਲਾ ਸ਼ਲੋਕ ਜੋ ਸ਼ਬਦ ਹੈ, ਭਗਤ ਕਬੀਰ ਸਾਹਿਬ ਜੀ ਪਾਸ ਕਿਸੇ ਸਤਸੰਗੀ ਨੇ ਆਣ ਕੇ ਬੇਨਤੀ ਕੀਤੀ ਕਿ ਭਗਤ ਜੀ ਪਰਮੇਸ਼ਰ ਦਾ ਨਾਮ
ਕਿਸ ਪ੍ਰਕਾਰ ਜਪਣਾ ਚਾਹੀਦਾ ਹੈ ਤਾਂ ਭਗਤ ਜੀ ਫਰਮਾਉਂਦੇ ਹਨ, RAM ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੇ ਭਾਈ, RAM ਪਰਮੇਸ਼ਰ ਦੇ ਨਾਮ ਨੂੰ ਆਪਣੇ ਜੀ ਕਹੀਏ ਹਿਰਦੇ ਵਿੱਚ, ਐਸੇ ਐਸੇ, ਐਸੇ ਕਹੀਏ ਇਸ ਤਰ੍ਹਾਂ ਜਪੋ, ਜਪਣਾ ਕਰੋ, ਐਸੇ ਕਹੀਏ ਇਸ ਤਰ੍ਹਾਂ ਜਪਣਾ ਕਰੋ। ਕਿਵੇਂ? ਜੈਸੇ ਜਿਸ ਪ੍ਰਕਾਰ ਭਗਤ ਧਰੂ ਜੀ ਨੇ ਹੱਠ ਕਰਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਿਆ ਸੀ, ਤੇ ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਨੇ ਪੂਰਨ ਨਿਸ਼ਚਾ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਸੀ, ਸੋ ਅਥਵਾ ਅਨਵੈ ਕਰਕੇ RAM ਨਾਮ ਨੂੰ ਐਸੇ ਇਸ ਪ੍ਰਕਾਰ ਜਪਣਾ ਕਰੋ ਜਿਵੇਂ ਧਰੂ ਭਗਤ ਜੀ ਨੇ ਜਪਿਆ ਸੀ। RAM ਨਾਮ ਨੂੰ ਇਸ ਪ੍ਰਕਾਰ ਜਪਣਾ ਕਰੋ ਜਿਵੇਂ ਭਗਤ ਪ੍ਰਹਿਲਾਦ ਭਗਤ ਜੀ ਨੇ ਜਪਿਆ ਸੀ। ਉਸ ਪਰਮੇਸ਼ਰ ਅੱਗੇ ਇਉਂ ਬੇਨਤੀ ਕਰੋ, ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ ਰਹਾਉ। ਹੇ ਦੀਨ ਗਰੀਬਾਂ ਤੇ ਦਇਆਲ ਦਿਆਲਤਾ ਕਰਨ ਵਾਲੇ ਪਰਮੇਸ਼ਰ, ਅਸੀਂ ਵੀ ਤੁਹਾਡੇ ਭਰੋਸੇ ਆਸਰੇ ਸਾਰੀਆਂ ਇੰਦਰੀਆਂ ਰੂਪ ਪਰਿਵਾਰ ਨੂੰ ਨਾਮ ਰੂਪੀ ਬੇੜੇ ਜਹਾਜ਼ ਤੇ ਚੜ੍ਹਾ ਦਿੱਤਾ ਹੈ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਹੇ ਦੀਨ ਗਰੀਬਾਂ ਤੇ ਦਇਆ ਕਿਰਪਾ ਕਰਨ ਵਾਲੇ ਪ੍ਰਭੂ ਤੇ ਦਿਆਲੂ ਪਰਮੇਸ਼ਰ, ਆਪ ਜੀ ਦੇ ਭਰੋਸੇ ਮੈਂ ਆਪਣਾ ਸਾਰਾ ਪਰਿਵਾਰ ਲੋਈ ਕਮਾਲਾ ਕਮਾਲੀ ਆਪ ਜੀ ਦੀ ਭਗਤੀ ਰੂਪ ਬੇੜੇ ਜਹਾਜ਼ ਤੇ ਚੜ੍ਹਾ ਦਿੱਤਾ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ। ਜਾ ਤਿਸ ਭਾਵੈ ਤਾ ਹੁਕਮ ਮਨਾਵੈ, ਇਸ ਬੇੜੇ ਕਉ ਪਾਰ ਲਗਾਵੈ। ਜੇਕਰ ਉਸ ਪਰਮੇਸ਼ਰ ਨੂੰ ਇਹ ਜੀਵ ਭਾ ਜਾਵੇ ਤਦ ਉਸ ਨੂੰ ਆਪਣਾ ਹੁਕਮ ਭਾਣਾ ਮਨਾ ਲੈਂਦਾ ਹੈ। ਉਹ ਇਸ ਦੇਹ ਰੂਪੀ ਬੇੜੇ ਜਹਾਜ਼ ਨੂੰ ਸੰਸਾਰ ਸਮੁੰਦਰ ਤੋਂ ਮੁਕਤੀ ਰੂਪੀ ਪਾਰਲੇ ਬੰਨੇ ਕਿਨਾਰੇ ਤੇ ਲੰਘਾ ਦਿੰਦਾ ਹੈ। ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਨ ਜਾਨੀ। ਗੁਰ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਕੇ ਅਜਿਹੀ ਨਿਰਮਲ ਬੁੱਧੀ ਹਿਰਦੇ ਵਿੱਚ ਸਮਾਨੀ ਸਮਾ ਗਈ ਹੈ। ਇਸ ਕਰਕੇ ਮੁੜ ਕੇ ਆਵਨ ਜਾਨੀ, ਆਉਣਾ ਜਾਣਾ ਸਾਰਾ ਹੀ ਚੂਕ ਕੇ ਚੁੱਕਿਆ ਗਿਆ ਹੈ। ਕਹੋ ਕਬੀਰ ਭਜ ਸਾਰਗ ਪਾਨੀ, ਉਰਵਾਰ ਪਾਰ ਸਭ ਏਕੋ ਦਾਨੀ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਭਾਈ, ਤੂੰ ਵੀ ਉਸ ਸਾਰਗ ਪਾਣੀ ਪਰਮੇਸ਼ਰ ਨੂੰ ਭਜ ਜਪਣਾ ਕਰ। ਭਜ ਹਮੇਸ਼ਾ ਪੋਲਾ ਬੋਲਣਾ। ਸੋ ਕਈ ਵਾਰੀ ਕੋਈ ਸ਼ਲੋਕ ਪੜ੍ਹੀਦਾ ਨਾਵੇਂ ਮਹੱਲੇ ਦਾ, ਉਸ ਵਿੱਚ ਭਜ ਸ਼ਬਦ ਆਉਂਦਾ ਹੈ, ਬਹੁਤ ਵਾਰ ਆਉਂਦਾ ਹੈ। ਸੋ ਭਜ ਸ਼ਬਦ ਨੂੰ ਸੰਗਤ ਜ਼ਿਆਦਾਤਰ ਭੱਜਣ ਦਾ ਵਾਚਕ ਜਪਦੀ ਹੈ, ਕੱਸ ਕੇ ਬੋਲਦੀ ਹੈ, ਭਾਵ ਭੱਜਣਾ ਨਹੀਂ ਹੈ। ਮਹਾਰਾਜ ਕਹਿੰਦੇ ਭਜ ਭਾਵ ਪੋਲਾ ਜਪਣਾ ਕਰ। ਉਹ ਪਰਮੇਸ਼ਰ ਉਰਵਾਰ ਇਸ ਲੋਕ ਪਾਰ ਪਰਲੋਕ ਸਾਰੇ ਥਾਈਂ ਇੱਕੋ ਹੀ ਦਾਨੀ ਦਾਤਾਂ ਦੇਣ ਵਾਲਾ ਹੈ, ਜਾਣਨ ਵਾਲਾ ਹੈ। ਗੌੜੀ ਨਾਵੀ ਛੋੜ ਜੋਨ ਛਾੜ ਜੋ ਜਗ ਮਹਿ ਆਇਓ, ਲਾਗਤ ਪਵਨ ਖਸਮ ਬਿਸਰਾਇਓ। ਸੋ ਇੱਥੇ ਗੌੜੀ ਦੇ ਨਾਲ 9 ਅੰਕ ਹੈ। ਸੋ ਇਸ ਨੂੰ ਨਾ ਤਾਂ 9 ਪੜ੍ਹਨਾ ਹੈ ਅਤੇ ਨਾ ਹੀ ਇਸ ਨੂੰ ਛੱਡਣਾ ਹੈ ਪੜ੍ਹਨ ਤੋਂ। ਇਸ ਤਰ੍ਹਾਂ ਦੇ ਅੰਕ ਪੜ੍ਹਨੇ ਹਨ, 9ਵੀਂ 11ਵੀਂ 12ਵੀਂ 13ਵੀਂ ਇਤਿਆਦਿ। ਸੋ ਗੌੜੀ ਰਾਗਣੀ ਦੀ 9ਵੀਂ ਜਾਤੀ ਵਿੱਚ ਉਚਾਰਨ ਕਰਦੇ ਹਨ। ਜੂਨ ਛਾੜ ਜੋ ਜਗ ਮਹਿ ਆਇਓ। ਹੇ ਜੀਵ, ਮਾਤਾ ਦੇ ਗਰਭ ਜੂਨੀ ਨੂੰ ਛੱਡ ਕਰਕੇ ਜਦੋਂ ਤੂੰ ਜਗ ਸੰਸਾਰ ਵਿੱਚ ਆਇਆ ਹੈ, ਲਾਗਤ ਪਵਨ ਖਸਮ ਬਿਸਰਾਇਓ। ਮਾਇਆ ਦੀ ਵਾਸ਼ਨਾ ਤ੍ਰਿਸ਼ਨਾ ਰੂਪੀ ਪਵਨ ਪਾਉਣ ਲੱਗਣ ਨਾਲ ਤੂੰ ਖਸਮ ਮਾਲਕ ਅਕਾਲ ਪੁਰਖ ਨੂੰ ਭੁਲਾ ਦਿੱਤਾ ਹੈ। ਜੀਅਰਾ ਹਰ ਕੇ ਗੁਨਾ ਗਾਉ ਰਹਾਉ। ਹੇ ਜੀਅਰਾ ਜੀਵ, ਤੂੰ ਹਰੀ ਦੇ ਗੁਣਾਂ ਨੂੰ ਉਸ ਦੇ ਗੁਣਾਂ ਤਾਈਂ ਗਾਉਣਾ ਕਰ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ। ਗਰਭ ਜੋਨ ਮਹਿ ਉਰਦ ਤਪ ਕਰਤਾ, ਤਉ ਜਠਰ ਅਗਨ ਮਹਿ ਰਹਿਤਾ। ਮਾਤਾ ਦੀ ਗਰਭ ਜੂਨੀ ਵਿੱਚ ਤੂੰ ਉਰਦ ਉਲਟਾ ਹੋ ਕਰਕੇ ਊਰਦ ਕਹੀਏ ਊਰਦ ਰੂਪ ਪਰਮੇਸ਼ਰ ਦੀ ਤਪੱਸਿਆ ਕਰਦਾ ਸੀ।
ਤਦ ਤੂੰ ਉਸ ਮਾਤਾ ਦੇ ਜਠਰ ਅਗਨ ਪੇਟ ਦੀ ਅੱਗ ਵਿੱਚ ਰਹਿਤਾ ਕਹੀਏ ਰਹਿੰਦਾ ਸੀ। 184 ਜੋਨ ਭ੍ਰਮ ਆਇਓ, ਅਬ ਕੇ ਛੁਟ ਕੇ ਠੌਰ ਨ ਪਾਇ ਠਾਇਓ, ਅਬ ਕੇ ਛੁਟ ਕੇ ਠੌਰ ਨ ਠਾਇਓ। ਇਸ ਪ੍ਰਕਾਰ ਤੂੰ 84 ਲੱਖ ਜੂਨੀਆਂ ਵਿੱਚ ਭਰਮਦਾ ਹੋਇਆ ਇਸ ਮਨੁੱਖਾ ਜਨਮ ਵਿੱਚ ਆਇਆ ਹੈ। ਅਬ ਹੁਣ ਦੇ ਛੁਟਕੇ ਛੁੱਟੇ ਹੋਇਆਂ ਦਾ ਇਸ ਮਨੁੱਖਾ ਜਨਮ ਤੋਂ ਛੁਟਕਾਰਾ ਪੈਣ ਤੋਂ ਬਾਅਦ ਲੋਕ ਪਰਲੋਕ ਵਿੱਚ ਕਿਤੇ ਵੀ ਠੌਰ ਇਸਤਤੀ ਦੀ ਠਾਇਓ ਜਗ੍ਹਾ ਨਹੀਂ ਮਿਲਣੀ। ਕਹੋ ਕਬੀਰ ਭਜ ਸਾਰਗ ਪਾਨੀ, ਆਵਤ ਦੀਸੈ ਜਾਤ ਨ ਜਾਨੀ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਭਾਈ, ਜਿਸਨੇ ਆਪਣੀ ਪਾਣੀ ਹੱਥਾਂ ਵਿੱਚ ਸਾਰਗ ਧਨੁਖ ਪਕੜਿਆ ਹੋਇਆ, ਉਸ ਪਰਮੇਸ਼ਰ ਨੂੰ ਭਜ ਜਪਨਾ ਕਰ, ਉਸ ਦਾ ਭਜ ਭਜਨ ਕਰਨਾ ਕਰ। ਜੋ ਪਰਮੇਸ਼ਰ ਨਾ ਤਾਂ ਜਨਮ ਧਾਰ ਕੇ ਆਵਤ ਆਉਂਦਾ ਹੋਇਆ ਦਿਸਦਾ ਹੈ ਤੇ ਨਾ ਹੀ ਜਾਤ ਜਾਂਦਾ ਹੋਇਆ ਜਾਣਿਆ ਜਾਂਦਾ। ਇਹ ਜੀਵ ਜਦੋਂ ਮਰ ਕੇ ਜੰਮ ਕਰਕੇ ਆਉਂਦਾ ਹੈ ਤਾਂ ਇਸ ਨੂੰ ਦੇਖ ਕਰਕੇ ਸਾਰੇ ਵਧਾਈਆਂ ਦਿੰਦੇ, ਪਰੰਤੂ ਜਦੋਂ ਮਰ ਕੇ ਜਾਂਦਾ ਤਾਂ ਕਿਸੇ ਕੋਲੋਂ ਵੀ ਜਾਣਿਆ ਨਹੀਂ ਜਾਂਦਾ ਕਿ ਕਿੱਧਰ ਨੂੰ ਚਲਾ ਗਿਆ ਹੈ। ਗੌੜੀ ਪੂਰਬੀ ਸੁਰਗ ਬਾਸ, ਨ ਬਾਚੀਐ ਡਰੀਐ ਨ ਨਰਕ ਨਿਵਾਸ। ਹੇ ਭਾਈ, ਸਵਰਗ ਵਿੱਚ ਵਸਣ ਦੀ ਇੱਛਾ ਨਾ ਕਰੀਏ ਅਤੇ ਪਾਪ ਕਰਮ ਤੋਂ ਡਰ ਨਾ ਕਰੀਏ, ਕਿਤੇ ਨਰਕਾਂ ਵਿੱਚ ਵਾਸਾ ਨਾ ਹੋ ਜਾਵੇ। ਸਵਰਗ ਵਿੱਚ ਵਸਣ ਦੀ ਇੱਛਾ ਨਾ ਕਰੀਏ ਤੇ ਨਾ ਹੀ ਨਰਕ ਵਿੱਚ ਵਾਸਾ ਮਿਲਣ ਤੋਂ ਡਰੀਏ। ਇਸ ਕਰਕੇ ਹੋਣਾ ਹੈ ਸੋ ਹੋਈ ਹੈ, ਮਨ ਹੈ ਨ ਕੀਜੈ ਆਸ। ਜੋ ਪਰਮੇਸ਼ਰ ਵੱਲੋਂ ਹੋਣਾ ਹੈ ਉਹ ਹੀ ਹੋ ਰਿਹਾ ਤੇ ਹੋਵੇਗਾ। ਇਹਨਾਂ ਬਚਨਾਂ 'ਤੇ ਨਿਸ਼ਚਾ ਰੱਖੇ ਅਤੇ ਆਪਣੇ ਮਨ ਵਿੱਚ ਕਿਸੇ ਪ੍ਰਕਾਰ ਦੇ ਪਦਾਰਥਾਂ ਦੀ ਆਸ ਉਮੀਦ ਨਾ ਕਰਨਾ ਕਰੇ। ਰਮਈਆ ਗੁਣ ਗਾਈਐ ਜਾਤੇ ਪਾਈਐ ਪਰਮ ਨਿਧਾਨ ਰਹਾਉ। ਹੇ ਭਾਈ, ਜੋ ਰਮਿਆ ਹੋਇਆ ਪਰਮੇਸ਼ਰ ਹੈ ਉਸ ਦੇ ਗੁਣ ਸਿਫਤਾਂ ਤਾਈਂ ਗਾਉਣਾ ਕਰੀਏ, ਜਿਸ ਤੋਂ ਪਰਮੇਸ਼ਰ ਦੀ ਪ੍ਰਾਪਤੀ ਰੂਪ ਵੱਡਾ ਨਿਧਾਨ ਖਜ਼ਾਨਾ ਪਾ ਲਈਦਾ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ। ਕਿਆ ਜਪ ਕਿਆ ਤਪ ਸੰਜਮ, ਕਿਆ ਵਰਤ ਕਿਆ ਇਸਨਾਨ। ਜੇ ਕਿਸੇ ਨੇ ਕਿਸੇ ਦੇਵਤੇ ਦੇ ਮੰਤਰ ਦਾ ਜਾਪ ਕਰ ਲਿਆ ਤਾਂ ਕੀ ਹੈ, ਜੇ ਕਿਸੇ ਨੇ ਧੂਣੀਆਂ ਆਦਿ ਲਾ ਕੇ ਤਪੱਸਿਆ ਆਦਿ ਕਰ ਲਈ ਤਾਂ ਕੀ ਹੈ, ਜੇ ਕਿਸੇ ਨੇ ਬਗਲੇ ਵਾਂਗੂ ਇੰਦਰੀਆਂ ਨੂੰ ਰੋਕ ਲਿਆ ਹੈ ਤਾਂ ਕੀ ਹੈ, ਜੇਕਰ ਕਿਸੇ ਨੇ 24 ਇਕਾਦਸ਼ੀਆਂ ਦੇ ਵਰਤ ਰੱਖ ਲਏ ਅਤੇ 68 ਤੀਰਥਾਂ ਦੇ ਇਸ਼ਨਾਨ ਨਹਾਉਣਾ ਕਰ ਲਿਆ ਤਾਂ ਕੀ ਹੋ ਗਿਆ। ਜਬ ਲਗ ਜੁਗਤ ਨ ਜਾਨੀਐ ਭਾਉ ਭਗਤ ਭਗਵਾਨ। ਜਦੋਂ ਤੱਕ ਭਗਵਾਨ ਪਰਮੇਸ਼ਰ ਦੀ ਭਾਉ ਪ੍ਰੇਮਾ ਭਗਤੀ ਵਿੱਚ ਜੁੜਨਾ ਨਹੀਂ ਨਾ ਜਾਣਿਆ, ਉਤਨਾ ਚਿਰ ਕੋਈ ਲਾਭ ਨਹੀਂ। ਸਭ ਕਰਤੱਵ ਕੀਤੇ ਨ ਸਫਲ ਹਨ, ਝੂਠੇ ਹਨ, ਫੋਕਟ ਹਨ। ਸੰਪੈ ਦੇਖ ਨ ਹਰਖੀਐ, ਬਿਪਤ ਦੇਖ ਨ ਰੋਏ। ਸੰਪੈ ਵਿਭੂਤੀ ਧਨ ਪਦਾਰਥ ਇਤਿਆਦਿਕ ਵੇਖ ਕਰਕੇ ਬਹੁਤਾ ਖੁਸ਼ ਨਾ ਹੋਈਏ, ਅੱਡੀਆਂ ਨਾ ਮਾਰੀਏ, ਇਤਨਾ ਕਿ ਰੱਬ ਨੂੰ ਹੀ ਭੁੱਲ ਜਾਈਏ ਅਤੇ ਬਿਪਤਾ ਆਈ ਤੋਂ ਵੇਖ ਕਰਕੇ ਰੋਣਾ ਨਾ ਕਰੀਏ। ਆਪਾਂ ਦੇਖੀਦਾ ਨਾ, ਜਿਹੜੇ ਲੋਕ ਖੁਸ਼ੀ ਨਹੀਂ ਜਰ ਸਕਦੇ ਉਹਨਾਂ ਕੋਲੋਂ ਗਮੀ ਵੀ ਨਹੀਂ ਜਰੀ ਜਾਂਦੀ, ਕਿਉਂਕਿ ਖੁਸ਼ੀ ਵਿੱਚ ਅੱਡੀਆਂ ਮਾਰਦੇ ਹਨ। ਅਸਮਾਨ ਨੂੰ ਉਹ ਸਿਆਣਿਆਂ ਦੇ ਕਹਿਣ ਵਾਂਗੂ ਟਾਕੀਆਂ ਲਾਉਂਦੇ ਹਨ। ਸੋ ਉਹਨਾਂ ਦੀਆਂ ਜੋ ਲੇਰਾਂ ਹਨ ਖੁਸ਼ੀ ਵਿੱਚ, ਉਹ ਅਸਮਾਨ ਤੱਕ ਸੁਣਦੀਆਂ ਹਨ। ਅਤੇ ਜਦੋਂ ਫਿਰ ਬਿਪਤਾ ਆਉਂਦੀ ਹੈ ਉਹ ਵੀ ਲੇਰਾਂ ਉਹਨਾਂ ਦੀਆਂ ਸੁਣਨ ਵਾਲੀਆਂ ਹੁੰਦੀਆਂ। ਉਦੋਂ ਵੀ ਉਹਨਾਂ ਕੋਲੋਂ ਦੁੱਖ ਨਹੀਂ ਜ਼ਾਹਰ ਹੁੰਦਾ, ਕਿਉਂਕਿ ਉਹਨਾਂ ਨੇ ਦੁੱਖ ਕਦੇ ਵੇਖਿਆ ਨਹੀਂ ਹੁੰਦਾ। ਖੁਸ਼ੀ ਵੇਖ ਕੇ ਬੜਾ ਖੁਸ਼ ਹੁੰਦੇ ਆ, ਦੁੱਖ ਵੇਖ ਕੇ ਉਤਨੀਆਂ ਜ਼ਿਆਦੀਆਂ ਚੀਕਾਂ ਵੱਜਦੀਆਂ ਹਨ ਜਿਤਨੀਆਂ ਕਿ ਖੁਸ਼ੀ ਵਿੱਚ ਸਨ। ਖੁਸ਼ੀ ਤੋਂ ਵੀ ਜ਼ਿਆਦੀਆਂ ਚੀਕਾਂ ਬਿਪਤਾ ਆਈ ਦੇ ਵਿੱਚ ਉਹ ਮਾਰਦੇ ਆ, ਕਿਉਂਕਿ ਬਿਪਤਾ ਜਰ ਨਹੀਂ ਸਕਦੇ। ਇਸ ਕਰਕੇ ਗੁਰੂ ਮਹਾਰਾਜ ਕਹਿ ਰਹੇ ਆ, ਸੰਪੈ ਦੇਖ ਨਾ ਹਰਖੀਐ। ਖੁਸ਼ ਨਹੀਂ ਹੋਣਾ ਚਾਹੀਦਾ। ਖੁਸ਼ੀ ਵੇਖ ਕੇ ਘਰ ਵਿੱਚ ਮਾਇਆ ਆਈ, ਕੋਈ ਵਸਤੂ ਆਈ ਦੇਖ ਕੇ ਬਹੁਤਾ ਖੁਸ਼ ਨਾ ਹੋਵੋ, ਅਤੇ ਬਿਪਤਾ ਵੇਖ ਕੇ ਕਦੇ ਰੋਣਾ ਨਹੀਂ ਚਾਹੀਦਾ। ਇਹਨਾਂ ਦੋਨਾਂ ਦੁੱਖ ਸੁੱਖ ਦੋਨਾਂ ਹਾਲਾਤਾਂ ਵਿੱਚ ਇੱਕ ਸਮਾਨ ਚਿੱਤ ਦੀ ਬਿਰਤੀ ਨੂੰ ਰੱਖਣਾ ਕਰੇ। ਜਿਉ ਸੰਪੈ ਤਿਉ ਬਿਪਤ ਹੈ, ਬਿਦ ਨੇ ਰਚਿਆ ਸੋ ਹੋਏ।
ਹਾਂ ਇਸ ਪ੍ਰਕਾਰ ਜਾਣੇ ਕਿ ਮਾਇਆ ਆਉਂਦੀ ਹੈ, ਧਨ ਪਦਾਰਥ ਆਦਿਕ ਮਿਲਦਾ ਹੈ, ਤਿਵੇਂ ਹੀ ਬਿਪਤਾ ਆਉਂਦੀ ਹੈ। ਇਹ ਤਾਂ ਪਰਾਲਬਧ ਅਨੁਸਾਰ ਵਿਦ ਵਿਧਾਤਾ ਨੇ ਜੋ ਰਚਨਾ ਕੀਤਾ ਉਹ ਹੀ ਪ੍ਰਾਪਤ ਹੋਣਾ ਹੈ। ਕਹਿ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਝਾਰ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਅਬ ਕਹੀਏ ਹੁਣ, ਭਾਵ ਮਨੁੱਖਾ ਜਨਮ ਵਿੱਚ ਸੰਤਾਂ ਰਾਮਾਨੰਦ ਜੀ ਦੁਆਰਾ ਆਪਣੇ ਹਿਰਦੇ ਮਝਾਰ ਵਿੱਚ ਇਹ ਜਾਣਨਾ ਕੀਤਾ ਹੈ। ਕੀ ਜਾਣਨਾ ਕੀਤਾ ਹੈ? ਸੇਵਕ ਸੋ ਸੇਵਾ ਭਲੇ, ਜਿਹ ਘਟ ਬਸੈ ਮੁਰਾਰ। ਅਸੀਂ ਇਹੋ ਜਾਣਿਆ ਕਿ ਉਹੀ ਸੇਵਕ ਦਾਸ ਹੈ ਤੇ ਉਹਨਾਂ ਦੀ ਹੀ ਸੇਵਾ ਟਹਿਲ ਕੀਤੀ ਹੋਈ ਭਲੇ ਚੰਗੀ ਹੈ। ਉਹੀ ਸੇਵਕ ਚੰਗੇ ਹਨ ਜਿਨ੍ਹਾਂ ਦੇ ਘਟ ਹਿਰਦੇ ਵਿੱਚ ਮੁਰਾਰ ਮੁਰਾਰੀ ਪਰਮੇਸ਼ਰ ਦਾ ਨਾਮ ਵਸਦਾ ਹੈ। ਗੌੜੀ ਭਗਤ ਕਬੀਰ ਜੀ ਪਾਸ ਇੱਕ ਆਦਮੀ ਆਇਆ ਜਿਸ ਦਾ ਕਿਸੇ ਕਾਰਨ ਕਰਕੇ ਸਾਰਾ ਪਰਿਵਾਰ ਹੀ ਖਤਮ ਹੋ ਗਿਆ ਸੀ। ਭਗਤ ਜੀ ਦੇ ਪਾਸ ਆਣ ਕੇ ਬਹੁਤ ਸੋਗ ਕਰ ਰਿਹਾ ਸੀ। ਕਹਿੰਦਾ ਮੇਰੇ ਕੋਲੋਂ ਮੇਰੇ ਪਰਿਵਾਰ ਦਾ ਵਿਛੋੜਾ ਦੇਖਿਆ ਨਹੀਂ ਜਾਂਦਾ। ਤਾਂ ਉਸ ਦੇ ਪਰਥਾਏ ਉਸ ਨੂੰ ਸਮਝਾਉਂਦੇ ਹੋਏ ਭਗਤ ਕਬੀਰ ਸਾਹਿਬ ਜੀ ਇਹ ਪਾਵਨ ਸ਼ਲੋਕ ਜੋ ਸ਼ਬਦ ਹੈ, ਭਾਵ 64ਵਾਂ ਸ਼ਬਦ ਫਰਮਾਉਂਦੇ ਹਨ। ਰੇ ਮਨ ਤੇਰੋ ਕੋਇ ਨਹੀਂ ਖਿੰਚ ਲੇ ਜਿਨ ਭਾਰ। ਹੇ ਭਾਈ ਤੂੰ ਆਪਣੇ ਹਿਰਦੇ ਵਿੱਚ ਵਿਚਾਰ ਕੇ ਦੇਖ ਕਿ ਇਸ ਜਗਤ ਵਿੱਚ ਤੇਰਾ ਕੋਈ ਵੀ ਪਦਾਰਥ ਨਹੀਂ ਹੈ। ਐਵੇਂ ਵਿਅਰਥ ਹੀ ਆਪਣੇ ਸਾਕ ਸੰਬੰਧੀਆਂ ਪਰਿਵਾਰ ਦੇ ਪਾਲਣ ਪੋਸ਼ਣ ਦਾ ਤੂੰ ਭਾਰ ਜਿਨ ਕਹੀਏ ਮਤਾ ਖਿੱਚ ਲਵੇਂ, ਭਾਵ ਆਪਣੇ ਮਨ ਵਿੱਚੋਂ ਇਹ ਖਿਆਲ ਛੱਡ ਦੇ ਕਿ ਮੈਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਬਿਰਖ ਬਸੇਰੋ ਪੰਖ ਕੋ ਤੈਸੋ ਇਹੋ ਸੰਸਾਰ। ਅਤੇ ਜਿਸ ਪ੍ਰਕਾਰ ਰਾਤ ਨੂੰ ਰੁੱਖਾਂ ਉੱਪਰ ਪੰਛੀਆਂ ਦਾ ਬਸੇਰਾ ਵਾਸਾ ਹੁੰਦਾ, ਜਦ ਦਿਨ ਚੜ੍ਹਦਾ ਤਾਂ ਆਪੋ ਆਪਣੇ ਰਾਹੀਂ ਉਡਾਰੀਆਂ ਮਾਰ ਜਾਂਦੇ, ਤਿਹੋ ਜਿਹਾ ਹੀ ਇਹ ਸੰਸਾਰ ਜਗਤ ਹੈ, ਭਾਵ ਪਰਾਲਬਧ ਕਰਕੇ ਸੰਬੰਧੀ ਜੁੜੇ ਹੋਏ ਆ। ਉਮਰਾ ਰੂਪੀ ਰਾਤ ਹੈ, ਸੰਸਾਰ ਰੂਪੀ ਬ੍ਰਿਸ਼ ਉੱਪਰ ਜੀਵ ਰੂਪ ਪੰਛੀ ਆਣ ਕੇ ਵਾਸਾ ਕਰਦਾ ਹੈ। ਜਦ ਕਾਲ ਰੂਪੀ ਦਿਨ ਚੜ੍ਹਦਾ ਹੈ ਤਾਂ ਆਪਣੇ ਆਪਣੇ ਕਰਮਾਂ ਅਨੁਸਾਰ ਜੀਵ ਰੂਪੀ ਪੰਛੀ ਉੱਡ ਜਾਂਦੇ ਹਨ। ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਨ ਮਿੱਠੇ, ਅਸਤ ਅਦੋਤ ਭਇਆ ਉੱਠ ਚੱਲੇ, ਜਿਉ ਜਿਉ ਔਦ ਵਿਹਾਣੀਆਂ। ਰਾਮ ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਔਰ ਰਹਾਉ। ਇਸ ਕਰਕੇ ਹੇ ਭਾਈ ਅਸੀਂ ਤਾਂ ਰਾਮ ਪਰਮੇਸ਼ਰ ਦਾ ਨਾਮ ਰੂਪੀ ਰਸ ਹੀ ਪੀਣਾ ਕੀਤਾ ਹੈ, ਜਿਸ ਨਾਮ ਰਸ ਦੇ ਪੀਣ ਕਰਕੇ ਔਰ ਕਹੀਏ ਹੋਰ ਸ਼ਬਦ ਸਪਰਸ਼ ਰੂਪ ਰਸ ਗੰਧ ਇਤਿਆਦਿਕ ਵਿਸ਼ੇ ਰਸ ਸਭ ਵਿਸਰ ਗਏ, ਭੁੱਲ ਗਏ, ਫਿੱਕੇ ਪੈ ਗਏ ਹਨ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਹਨ। ਔਰ ਮੋਏ ਕਿਆ ਰੋਈਐ ਜੋ ਆਪਾ ਥਿਰ ਨਾ ਰਹਾਏ। ਭਗਤ ਕਬੀਰ ਸਾਹਿਬ ਉਸ ਜਗਿਆਸੂ ਜਨ ਦੇ ਪ੍ਰਥਾਏ ਉਸ ਨੂੰ ਸੰਬੋਧਨ ਕਰਕੇ ਸਾਨੂੰ ਕਲਯੁਗੀ ਜੀਵਾਂ ਨੂੰ ਨਾਲ ਸੰਬੋਧਨ ਕਰਦੇ ਹੋਏ ਫਰਮਾਉਂਦੇ ਹਨ। ਹੇ ਭਾਈ ਹੋਰਨਾਂ ਦੇ ਮਰਨ ਤੋਂ ਕੀ ਰੋਣਾ ਕਰੀਏ, ਵਿਰਲਾਪ ਕਰੀਏ, ਰੋਈਏ ਤਾਂ ਜੇ ਅਸੀਂ ਥਿਰ ਰਹਿਣਾ ਹੋਵੇ। ਜਦੋਂ ਆਪਾਂ ਇੱਥੇ ਜਗਤ ਵਿੱਚ ਥਿਰ ਨਹੀਂ ਆ, ਆਪਾਂ ਵੀ ਮਰ ਜਾਣਾ ਹੈ। ਜੋ ਉਪਜੈ ਸੋ ਬਿਨਸ ਹੈ, ਦੁੱਖ ਕਰ ਰੋਵੈ ਬਲਾਏ। ਹੇ ਭਾਈ ਸੰਸਾਰ ਵਿੱਚ ਜਿਹੜਾ ਕੁਝ ਵੀ ਉਪਜੈ ਪੈਦਾ ਹੋਇਆ ਹੈ ਉਹ ਹੀ ਇੱਕ ਦਿਨ ਨਾਸ ਹੋ ਜਾਂਦਾ ਹੈ। ਫਿਰ ਵਿਛੋੜੇ ਦੇ ਦੁੱਖ ਕਸ਼ਟ ਕਰਕੇ ਉਹ ਰੋਂਦੇ ਹਨ ਜਿਨ੍ਹਾਂ ਨੂੰ ਅਵਿਦਿਆ ਰੂਪੀ ਬਲਾ ਚਿੰਬੜੀ ਹੈ। ਦੁੱਖ ਕਰਕੇ ਸਾਡੀ ਅਵਿਦਿਆ ਦੀ ਬਲਾ ਰੋਵੇ, ਅਸੀਂ ਕਿਉਂ ਰੋਣਾ ਕਰੀਏ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਇਹ ਤਾਂ ਇੱਕ ਦਿਨ ਨਾਸ ਹੋਣਾ ਹੀ ਹੋਣਾ ਹੈ। ਜਹ ਕੀ ਉਪਜੀ ਤਹਿ ਰਚੀ, ਪੀਵਤ ਮਰਦਨ ਲਾਗ। ਇਹ ਸ੍ਰਿਸ਼ਟੀ ਦਾ ਸੁਭਾਅ ਹੀ ਹੈ ਕਿ ਜਿਸ ਜੂਨ ਵਿੱਚੋਂ ਪੈਦਾ ਹੋਈ ਆ ਉਸੇ ਜੂਨ ਦੇ ਭੋਗਣ ਵਿੱਚ ਰਚੀ ਹੋਈ ਆ। ਜਿਵੇਂ ਜਦੋਂ ਬਾਲਕ ਅਵਸਥਾ ਸੀ ਉਦੋਂ ਜਿਨ੍ਹਾਂ ਅਸਥਨਾਂ 'ਚੋਂ ਦੁੱਧ ਪੀਂਦਾ ਸੀ, ਜਵਾਨੀ ਅਵਸਥਾ ਵਿੱਚ ਵਿਸ਼ੇ ਅਧੀਨ ਹੋ ਕੇ ਉਹਨਾਂ ਅਸਥਨਾਂ ਨੂੰ ਮਲਣ ਲੱਗ ਪਿਆ। ਕਾਮਾਂ ਦੇ ਕਵਕਾਰਾਂ ਨੂੰ ਮਰਦਨ ਕਹੀਏ ਮਲਣ ਵਾਲੇ ਸੂਰਮੇ ਮਰਦ ਸੰਤ ਮਹਾਤਮਾ ਜਨਾਂ ਦੇ ਚਰਨੀ ਲੱਗ ਕਰਕੇ ਜਿਹੜੇ ਪਰਮੇਸ਼ਰ ਦੇ ਨਾਮ ਰਸ ਨੂੰ ਪੀਂਦੇ ਹਨ
ਉਹਨਾਂ ਦੀ ਜੀਵਨ ਕਲਾ ਅਗਿਆਨ ਕਰਕੇ ਜਿੱਥੋਂ ਉਪਜੀ ਉਤਪੰਨ ਹੋਈ ਸੀ, ਉਸ ਪਰਮੇਸ਼ਰ ਦੇ ਗਿਆਨ ਕਰਕੇ ਫਿਰ ਉਸ ਦੇ ਵਿੱਚ ਹੀ ਰਚ ਮਿਚ ਗਈ, ਅਭੇਦ ਹੋ ਗਈ। ਕਹਿ ਕਬੀਰ ਚਿਤ ਚੇਤਿਆ RAM ਸਿਮਰ ਬੈਰਾਗ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਭਾਈ, ਇਉਂ ਸੰਸਾਰ ਵੱਲੋਂ ਉਪਰਾਮਤਾ ਧਾਰਨ ਕਰਕੇ ਮਨ ਚਿੱਤ ਵਿੱਚ ਉਸ ਰਾਮ ਪਰਮੇਸ਼ਰ ਨੂੰ ਚੇਤਿਆ ਕਰ, ਯਾਦ ਕਰਿਆ ਕਰ ਅਤੇ ਬਾਣੀ ਕਰਕੇ ਉਸ ਪਰਮੇਸ਼ਰ ਨੂੰ ਸਿਮਰ ਕਹੀਏ, ਸਿਮਰਨਾ ਕਰ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।